वेरी गुड इवनिंग टू ऑल। तो ਤੁਹਾਨੂੰ ਸਭ ਨੂੰ ਪਤਾ ਹੀ ਹੈ ਜੀ ਆਪਣਾ ਲਿਮਟ ਸੀਗਾ ਜਿਹੜਾ ਉਹ ਕੰਪਲੀਟ ਹੋ ਗਿਆ ਸੀਗਾ ਤੇ ਕੰਟੀਨਿਊਟੀ ਦਾ ਡੇ 1 ਆਪਣਾ ਕੰਪਲੀਟ ਹੋ ਚੁੱਕਾ ਸੀ। ਉਸ ਤੋਂ ਬਾਅਦ ਆਪਾਂ 3 ਦਿਨ ਦੀ ਬ੍ਰੇਕ ਲੈ ਲਈ ਸੀਗੀ। ਠੀਕ ਹੈ ਜੀ, ਤਾਂ ਅੱਜ ਆਪਾਂ ਫੇਰ ਤੋਂ ਆਏ ਆ ਕਲਾਸ ਲੈਣ ਕੰਟੀਨਿਊਟੀ ਦਾ ਡੇ ਨੰਬਰ 2। ਠੀਕ ਹੈ ਜੀ, 3 ਦਿਨ ਦੀ ਬ੍ਰੇਕ ਤੋਂ ਬਾਅਦ। ਠੀਕ ਹੈ ਜੀ, ਆਈ ਹੋਪ ਤੁਸੀਂ ਸਭ ਨੇ 3 ਦਿਨਾਂ ਵਿੱਚ ਰਿਵੀਜ਼ਨ ਕਰ ਲਈ ਹੋਏਗੀ ਅੱਛੀ ਖਾਸੀ। ਤਾਂ ਫਿਰ ਅੱਜ ਤੋਂ ਆਪਾਂ ਫਿਰ ਤੋਂ ਕੰਟੀਨਿਊ ਕਰ ਰਹੇ ਹਾਂ ਜੀ ਕਲਾਸਿਸ ਕੰਟੀਨਿਊਟੀ ਦਾ। ਠੀਕ ਹੈ, ਤਾਂ ਕੰਟੀਨਿਊਟੀ ਦਾ ਬਸ ਅੱਜ ਦਾ ਆਪਣਾ ਲਾਸਟ ਡੇ ਰਹੇਗਾ। 2 ਦਿਨ ਹੀ ਆਪਾਂ ਕੰਟੀਨਿਊਟੀ ਤੇ ਲਗਾਣੇ ਸੀਗੇ ਤੇ ਫਿਰ ਆਪਣਾ ਸਿਰਫ ਡਿਫਰੈਂਸ਼ੀਏਬਲ ਰਹਿ ਜਾਏਗਾ। ਲਿਮਟ ਕੰਟੀਨਿਊਟੀ ਐਂਡ ਡਿਫਰੈਂਸ਼ੀਏਬਲ ਇਹ ਆਪਣਾ ਕੰਪਲੀਟ ਹੋ ਜਾਏਗਾ। ਠੀਕ ਹੈ ਜੀ, ਤਾਂ ਪਲੀਜ਼ ਤੁਸੀਂ ਦੱਸ ਦਿਓ ਸਾਰੇ ਜਣੇ ਕਿ ਕਲਾਸ ਜਿਹੜੀ ਆਪਣੀ ਹੈਗੀ ਆ ਵਧੀਆ ਲਾਈਵ ਮਤਲਬ ਵਿਜ਼ੂਅਲ ਵਧੀਆ ਹੈਗਾ, ਆਡੀਓ ਵਧੀਆ ਹੈਗੀ ਆ ਪ੍ਰੋਪਰ ਵੇ ਨਾਲ। ਠੀਕ ਹੈ ਜੀ, ਸਾਰਾ ਕੁਝ ਕਲੀਅਰ ਹੈ ਤਾਂ ਫਿਰ ਆਪਾਂ ਜੋ ਕਲਾਸ ਨੂੰ ਸ਼ੁਰੂ ਕਰੀਏ। ਠੀਕ ਹੈ ਜੀ, ਚਲੋ ਆਪਣਾ ਕੰਮ ਸਾਰਾ ਹੋ ਚੁੱਕਿਆ ਸੀਗਾ ਜੀ ਡੇ 1 ਦੇ ਵਿੱਚ। ਕਨਸੈਪਟ ਤਾਂ ਇਹਦਾ ਬਹੁਤ ਹੀ ਥੋੜਾ ਹੈਗਾ ਕੰਟੀਨਿਊਟੀ ਦਾ, ਤੇ 13 MCQ ਆਪਣੇ ਹੋ ਚੁੱਕੇ ਸੀਗੇ ਤੇ ਕੁਝ ਕਨਸੈਪਟ। ਅੱਜ ਆਪਾਂ ਕਰਦੇ ਹਾਂ ਜੀ ਨਵੀਂ ਗੱਲ ਡਿਸਕੰਟੀਨਿਊਟੀ ਦੀ। ਸਭ ਤੋਂ ਪਹਿਲਾਂ ਤੁਹਾਨੂੰ ਕੰਟੀਨਿਊਟੀ ਦੀ ਡੈਫੀਨੇਸ਼ਨ ਜਿਹੜੀ ਦੁਬਾਰਾ ਰਿਵਾਈਜ਼ ਕਰਾ ਦਈਏ। ਮੇ ਵੀ ਤੁਸੀਂ ਭੁੱਲ ਗਏ ਹੋਵੋਗੇ ਕਿਉਂਕਿ 3 ਦਿਨ ਦਾ ਬ੍ਰੇਕ ਸੀਗਾ ਤਾਂ ਥੋੜਾ ਜਿਹਾ ਹੋ ਜਾਂਦਾ ਹੈ। ਤਾਂ ਕੰਟੀਨਿਊਟੀ ਆਪਾਂ ਕੀ ਕਿਹਾ ਸੀ ਕਿ ਅਗਰ ਲੈਫਟ ਹੈਂਡ ਲਿਮਿਟ यानी कि लिमिट x tends to a negative fx, right hand limit x tends to a positive fx, और वैल्यू 8 पॉइंट वैल्यू कितने 8 पॉइंट यानी कि एफ एक्स इक्वल टू एफ ए, यानी कि कह दिए ਆਪਾਂ ਜਿਹੜਾ ਸਿੱਧਾ ਸਿੱਧਾ ਮਤਲਬ ਹੈ ਕਿ ਲੈਫਟ ਹੈਂਡ ਲਿਮਿਟ ਅਗਰ ਇਕੁਅਲ ਹੋ ਜੇ ਰਾਈਟ ਹੈਂਡ ਲਿਮਿਟ ਦੇ ਔਰ ਇਕੁਅਲ ਹੋ ਜੇ ਫੰਕਸ਼ਨ ਦੀ ਵੈਲਿਊ ਉਸੇ ਪੁਆਇੰਟ ਤੇ, ਤਾਂ ਉਹਨੂੰ ਆਪਾਂ ਬੋਲ ਦਿੰਦੇ ਆ ਕੰਟੀਨਿਊਸ ਫੰਕਸ਼ਨ ਜਾਂ ਕੰਟੀਨਿਊਟੀ। ਠੀਕ ਹੈ ਜੀ, ਇਹ ਸਾਰਾ ਕੁਝ ਆਪਾਂ ਡਨ ਕਰ ਚੁੱਕੇ ਹਾਂ ਫਸਟ ਕਲਾਸ ਦੇ। ਤੇ ਉੱਥੇ ਇੱਕ ਆਪਾਂ ਇੱਕ ਡਿਸਕੰਟੀਨਿਊਟੀ ਦੀ ਵੀ ਗੱਲ ਕੀਤੀ ਸੀਗੀ। ਅਗਰ ਤੁਹਾਨੂੰ ਸਭ ਨੂੰ ਯਾਦ ਹੋਵੇ ਲਰਨ ਹੋਵੇ ਤਾਂ ਡਿਸਕੰਟੀਨਿਊਟੀ ਦੀ ਵੀ ਆਪਾਂ ਗੱਲ ਕੀਤੀ ਸੀ। ਉੱਥੇ ਡਿਸਕੰਟੀਨਿਊਟੀ ਆਪਾਂ ਉੱਥੇ ਬੋਲਿਆ ਸੀ ਕਿ ਕੋਈ ਵੀ ਫੰਕਸ਼ਨ ਅਗਰ ਇਨਫਾਈਨਾਈਟ ਬਣਦਾ ਹੈ, ਇਨ ਦਾ ਫਾਰਮ ਆਫ ਇਨਫਾਈਨਾਈਟ ਬਣਦਾ ਹੈ, ਤਾਂ ਉਹਨੂੰ ਆਪਾਂ ਕੀ ਬੋਲ ਦਾਂਗੇ ਡਿਸਕੰਟੀਨਿਊਟੀ। ਇਹ ਦੋਨੋਂ ਗੱਲਾਂ ਆਪਾਂ ਪੂਰੀ ਚੰਗੀ ਤਰ੍ਹਾਂ ਕਰ ਚੁੱਕੇ ਹਾਂ, ਕਲੀਅਰ ਹੈ ਆਪਾਂ ਨੂੰ ਇਹ ਗੱਲਾਂ ਕਿ ਅਗਰ ਕੋਈ ਵੀ ਫੰਕਸ਼ਨ ਡਿਸਕੰਟੀਨਿਊਟੀ ਮਤਲਬ ਇਨਫਾਈਨਾਈਟ ਵੱਲ ਜਾ ਰਿਹਾ ਹੈ ਤਾਂ ਉਹਨੂੰ ਆਪਾਂ ਕੀ ਬੋਲ ਦਾਂਗੇ ਡਿਸਕੰਟੀਨਿਊਟੀ। ਜਿਵੇਂ ਆਪਾਂ ਐਗਜ਼ਾਮਪਲ ਵੀ ਲਿਆ ਸੀਗਾ 1/1 x, ਔਰ x ਦੀ ਲਿਮਿਟ ਅਗਰ ਹੋਏ ਆਪਣੇ ਕੋਲ ਟੈਂਡਸ ਟੂ 1, ਇਹ ਫੰਕਸ਼ਨ ਡਿਸਕੰਟੀਨਿਊਸ ਹੈ ਕਿਉਂਕਿ ਇੱਥੇ 1/1 लेकिन है किस पॉइंट ते डिसकंटिन्यूड ओनली 1 ते x इक्वल टू 1 ते x इक्वल टू 1 ਤੇ ਇਹ ਕੀ ਆ ਫੰਕਸ਼ਨ ਡਿਸਕੰਟੀਨਿਊਸ। ਤਾਂ ਇਹ ਆਪਾਂ ਸਾਰੀਆਂ ਗੱਲਾਂ ਟੀਚਰ ਕਲਾਸ ਦੇ ਵਿੱਚ ਯਾਨੀ ਕਿ ਫਸਟ ਡੇ ਦੀ ਕਲਾਸ ਦੇ ਵਿੱਚ ਕਰ ਚੁੱਕੇ ਹਾਂ। ਤਾਂ ਅੱਜ ਆਪਾਂ ਥੋੜੀਆਂ ਜਿਹੀਆਂ ਨਵੀਆਂ ਗੱਲਾਂ ਕਰਾਂਗੇ, ਜ਼ਿਆਦਾ ਗੱਲਾਂ ਨਹੀਂ ਹੈਗੀਆਂ, ਬਸ ਥੋੜੀਆਂ ਜਿਹੀਆਂ ਨਵੀਆਂ ਗੱਲਾਂ ਨੇ। ਫਿਰ ਆਪਾਂ ਉਹੀ 10-12 MCQ ਹੈਗੇ ਨੇ ਅੱਜ ਡਿਸਕਸ ਕਰਨ ਵਾਲੇ, ਉਹ ਕਰਾਂਗੇ ਤੇ ਆਪਣਾ ਕੰਟੀਨਿਊਟੀ ਦਾ ਜਿਹੜਾ ਕਨਸੈਪਟ ਹੈਗਾ ਉਹ ਬਿਲਕੁਲ ਫਿਨਿਸ਼ ਹੋ ਜਾਏਗਾ ਅੱਜ। ਚਲੋ ਜੀ ਦੇਖਦੇ ਹਾਂ ਆਪਾਂ ਡਿਸਕੰਟੀਨਿਊਟੀ। ਹੁਣ ਆਪਣੇ ਕੋਲੇ ਡਿਸਕੰਟੀਨਿਊਟੀ ਜਿਹੜੀ ਆਉਂਦੀ ਹੈ ਉਹ ਆਉਂਦਾ ਰਿਮੂਵਲ ਡਿਸਕੰਟੀਨਿਊਟੀ। ਕਿਹੜੀ ਡਿਸਕੰਟੀਨਿਊਟੀ? ਰਿਮੂਵੇਬਲ ਡਿਸਕੰਟੀਨਿਊਟੀ। ਇਹ ਡਿਸਕੰਟੀਨਿਊਟੀ ਆਪਾਂ ਦੇਖ ਲੈਂਦੇ ਹਾਂ ਕਿਹੜੀ ਡਿਸਕੰਟੀਨਿਊਟੀ ਹੈ। ਬਾਈ ਚਾਂਸ ਇਹਦਾ ਕਦੇ ਕੁਐਸਚਨ ਪੁੱਛਿਆ ਜਾ ਸਕਦਾ, ਬਟ ਜ਼ਿਆਦਾ ਇੰਪੋਰਟੈਂਟ ਨਹੀਂ ਹੈਗੀ, ਬਟ ਫਿਰ ਵੀ ਇਹਦਾ ਕੁਐਸਚਨ ਅਗਰ ਪੁੱਛਿਆ ਜਾ ਸਕਦਾ ਤਾਂ ਆਪਾਂ ਕਰ ਲੈਂਦੇ ਹਾਂ। ਤਾਂ ਰਿਮੂਵਲ ਡਿਸਕੰਟੀਨਿਊਟੀ ਆਪਣੇ ਕੋਲ ਕਿਹੜੀ ਹੋਏਗੀ? ਅਗਰ ਲੈਫਟ ਹੈਂਡ ਲਿਮਿਟ ਆਪਣੀ ਇਕੁਅਲ ਹੋ ਜੇ ਰਾਈਟ ਹੈਂਡ ਲਿਮਿਟ ਦੇ। ਠੀਕ ਹੈ ਜੀ, ਲੈਫਟ ਹੈਂਡ ਲਿਮਿਟ ਤਾਂ ਰਾਈਟ ਹੈਂਡ ਲਿਮਿਟ ਦੇ ਇਕੁਅਲ ਹੋ ਜੇ, ਬਟ ਉਹ ਫੰਕਸ਼ਨ ਦੇ ਇਕੁਅਲ ਨਾ ਹੋਵੇ, ਯਾਨੀ ਕਿ ਫੰਕਸ਼ਨ ਦੀ ਵੈਲਿਊ ਏਟ ਦੈਟ ਪੁਆਇੰਟ ਦੇ ਇਕੁਅਲ ਨਾ ਹੋ। ਲੈਫਟ ਹੈਂਡ ਲਿਮਿਟ ਉਹੀ ਲਿਮਿਟ x tends to a negative, राइट हैंड लिमिट वही लिमिट x tends to a पॉजिटिव, और फंक्शन की वैल्यू x इक्वल टू a दे। अगर ए दे इक्वल ना होवे, लैफ्ट हैंड लिमिट और राइट हैंड लिमिट इक्वल हो जान तो उन्होंने ਆਪਾਂ ਬੋਲ ਦਿੰਦੇ ਆ ਕੀ ਬੋਲ ਦਿੰਦੇ ਆ ਰਿਮੂਵਲ ਡਿਸਕੰਟੀਨਿਊਟੀ। ਕਿ ਧੱਕੇ ਨਾਲ ਹੀ ਉਹਨੂੰ ਆਪਾਂ ਕਿਹੜੀ ਡਿਸਕੰਟੀਨਿਊਟੀ ਬੋਲ ਲਾਂਗੇ? ਰਿਮੂਵਲ ਡਿਸਕੰਟੀਨਿਊਟੀ।
एग्जाम्पल जिमें x लैस दैन 1 x लैस दैन a इतने वैल्यू कोई हैगी अपने को 10, ठीक है जी। x ग्रेटर दैन a ते किसी फंक्शन की वैल्यू हैगी है 10 और x इक्वल टू a ते वैल्यू हैगी है फंक्शन की 5। तो हम देखो जी लैफ्ट हैंड लिमिट राइट हैंड लिमिट लेफ्ट हैंड लिमिट कितनी 10 राइट हैंड लिमिट कितनी 10 बट फंक्शन की वैल्यू ए ऊपर कितनी है 5 तो ए नॉट इक्वल तो इस प्रकार की डिसकंटिन्यूटी की बोलांगे रिमूवल एडी डिसकंटिन्यूटी रिमूवल डिसकंटिन्यूटी। गल क्लियर होगी रिमूवल डिसकंटिन्यूटी वाले सारे नु हाँ जी रिमूवल डिसकंटिन्यूटी वाले सारे नु गल क्लियर हो चुकी है। रिमूवल डिसकंटिन्यूटी है अगर लेफ्ट हैंड लिमिट इक्वल हो जाए राइट हैंड लिमिट ते बट नॉट इक्वल हो गए फंक्शन की वैल्यू ए ऊपर अगर फंक्शन की वैल्यू ए ऊपर इक्वल नहीं हैगी तो ਉਹਨੂੰ ਆਪਾਂ ਬੋਲ ਦਾਂਗੇ ਰਿਮੂਵਲ ਡਿਸਕੰਟੀਨਿਊਟੀ। क्लियर जी ठीक है सबने नोट कर लिया हुण मैं ਇਹਨੂੰ ਅਰੇਜ਼ ਕਰ ਰਿਹਾ। ਹੁਣ ਆਪਾਂ ਇੱਕ ਹੋਰ ਨਵੇਂ ਪ੍ਰਕਾਰ ਦੀ ਡਿਸਕੰਟੀਨਿਊਟੀ ਗੱਲ ਕਰਦੇ ਹਾਂ। ਇੱਥੇ ਆਪਣੇ ਕੋਲ ਦੋ ਡਿਸਕੰਟੀਨਿਊਟੀਆਂ ਆਉਣਗੀਆਂ ਜੀ। ਇੱਕ ਤਾਂ ਡਿਸਕੰਟੀਨਿਊਟੀ ਆਏਗੀ ਆਪਣੇ ਕੋਲ ਡਿਸਕੰਟੀਨਿਊਟੀ ਕਿਹੜੀ ਡਿਸਕੰਟੀਨਿਊਟੀ ਆਫ फर्स्ट काइंड की डिसकंटिन्यूटी और इत्थे अपने को दूसरे प्रकार की हैगी है वो है डिसकंटिन्यूटी ऑफ सैकेंड काइंड किहड़े काइंड की सैकेंड काइंड ठीक है जी फर्स्ट काइंड सैकेंड काइंड। अगर लैफ्ट हैंड लिमिट नॉट इक्वल हो राइट हैंड लिमिट नॉट इक्वल हो देखो लैफ्ट हैंड लिमिट की वैल्यू कुछ और है राइट हैंड लिमिट की वैल्यू कुछ और है बट एग्जिस्ट कर रही है। लैफ्ट हैंड लिमिट एग्जिस्ट कर रही है राइट हैंड लिमिट एग्जिस्ट कर रही है उन्होंने बोलेंगे डिसकंटिन्यूटी ऑफ फर्स्ट काइंड यानी कि लैफ्ट हैंड लिमिट की वैल्यू अगर -3 है राइट हैंड लिमिट की वैल्यू -3 है देखो लिमिट तो एग्जिस्ट कर रही है ये वैल्यू प्रॉपर फाइनाइट वैल्यू आ रही है तो लिमिट एग्जिस्ट कर रही है ਇਹਦੀ ਵੀ ਲਿਮਟ ਐਗਜ਼ਿਸਟ ਕਰ ਰਹੀ ਹੈ ਬਟ ਦੋਨੋਂ ਕੀ ਨੇ ਨੋਟ ਇਕੁਅਲ ਹੈਗੀਆਂ ਨੇ ਤਾਂ ਇਹਨੂੰ ਆਪਾਂ ਬੋਲਾਂਗੇ डिसकंटिन्यूटी ऑफ फर्स्ट काइंड ठीक है जी। और सैकेंड काइंड दी की अगर लैफ्ट हैंड लिमिट या राइट हैंड लिमिट की वैल्यू ही एग्जिस्ट ना करे राइट हैंड लिमिट या लैफ्ट हैंड की वैल्यू डज नॉट एग्जिस्ट वैल्यू ही एग्जिस्ट ना करे ਉਹਨੂੰ ਆਪਾਂ ਬੋਲਾਂਗੇ डिसकंटिन्यूटी ऑफ सैकेंड काइंड ठीक है जी सबनों हो गया क्लियर डिसकंटिन्यूटी बारे बस इन्ना कही कंसैप्ट सीगा अपना जिहड़ा थोड़ा बहुत रह गया सीगा बाकी ਇਹਦੇ ਵਿੱਚ ਜ਼ਿਆਦਾ ਕੰਸੈਪਟ ਨਹੀਂ ਹੈਗਾ ਆਪਾਂ ਜਿੰਨੇ MCQ ਵੱਧ ਤੋਂ ਵੱਧ ਪ੍ਰੈਕਟਿਸ ਕਰਾਂਗੇ ਉਨਾ ਹੀ ਆਪਾਂ ਨੂੰ ਬੈਨੀਫਿਟ ਰਹੇਗਾ ਠੀਕ ਹੈ ਜੀ। ਬਾਕੀ ਕੁਝ MCQ ਆਪਣੇ ਡਿਫਰੈਂਸ਼ੀਅਲ ਦੇ ਨਾਲ ਆ ਜਾਣਗੇ ਕੁਝ ਜਿਹੜੇ ਅਲੱਗ ਤੋਂ ਕੱਲੇ ਕੰਟੀਨਿਊਟੀ ਦੇ MCQ ਆਪਾਂ ਡੀਲ ਜ਼ਰੂਰ ਕਰ ਲਵਾਂਗੇ। ਚਲੋ ਜੀ ਇੱਕ ਕੰਸੈਪਟ क्लियर। क्वेश्चन नंबर 14 है जी 13 MCQ हो चुके इसके लेट fx इक्वल टू की अपने को 1 माइनस 10x अपॉन 4x माइनस पाई x नॉट इक्वल टू पाई बाय 4 ठीक है जी। x बिलोंग टू 0 to 90 if fx is continuous if fx ਆਪਾਂ ਨੂੰ ਕੰਟੀਨਿਊਸ ਦੇ ਰੱਖਿਆ ਜੀ fx is continuous ਇਸ ਦੇ ਵਿੱਚ 0 to pi by 2 ਦੇ ਵਿੱਚ ਤਾਂ ਆਪਾਂ f pi by 4 ਦੀ ਵੈਲਿਊ ਫਾਈਂਡ ਕਰਨੀ ਹੈਗੀ ਹੈ f pi by 4 ਦੀ ਵੈਲਿਊ ਤਾਂ ਦੱਸੋ ਜੀ ਵੈਰੀ ਈਜ਼ੀ ਕੁਐਸਚਨ ਹੋਣਾ ਚਾਹੀਦਾ ਤੁਹਾਡੇ ਲਈ ਕਰ ਦਿਓ ਜੀ ਪੁੱਟ f pi by 4 1 minus 10 pi by 4 upon 4 pi by 4 माइनस 5 अब कैंसिल ए बन गया 10 पाई बाय 4 1 होता है 1 माइनस 1 5 माइनस 5 ए की बन गया जी 0 बाय 0 तो ये इंडिटरमिनेट फॉर्म बन गई इनडिटरमिनेट फॉर्म तो फिर इनू किथे लेके जाना पड़ेगा हम चुक के इनू चक के लेके जाना पड़ेगा हॉस्पिटल दे विच हॉस्पिटल दे विच ले जाओ जी उत्थे इहदा की कराना पड़ेगा इलाज ऑपरेशन ऑपरेशन आप कर दें जी देखो 1 का ऑपरेशन किया आप इत्थे कर दें ऊपर ठीक है जी इत्थे कर दें तो 1 का किया 0 माइनस टेंजेंट का किया जी सेकंड स्केयर x अपॉन 4x का 4 माइनस पाई का 0
ਹੁਣ ਪੁੱਟ ਕਰ ਲਓ ਜੀ ਵੈਲਿਊ ਦੇ ਵਿੱਚ ਮਾਈਨਸ secant ਸਕੁਅਰ x ਦੀ ਵੈਲਿਊ π/4 नीचे पाई माइनस secant π/4 कितना ਹੁੰਦਾ जी √2 क्योंकि cos अपने को cos π/4 कितना ਹੁੰਦਾ 1/√2 1/√2 ਤਾਂ ਇਹ ਆਪਣੇ ਕੋਲ ਕਿੰਨਾ ਹੋ ਜਾਏਗਾ ਸਿੰਪਲੀ √2 ਤਾਂ √2 ਦਾ ਸਕੁਅਰ ਕਿੰਨਾ ਬਣ ਜਾਏਗਾ ਇਹ ਆ ਗਿਆ √2 ਦਾ ਸਕੁਅਰ नीचे 4 ਤਾਂ ਇਹ ਆ ਗਿਆ -2/4 यानी कि -1/2 ऑप्शन नंबर सी ਇਹ ਆਪਣੇ ਕੋਲ ਕੁਐਸਚਨ ਸੀਗਾ ਸਿੰਪਲੀ f π/4 ਦੀ ਵੈਲਿਊ ਫਾਈਂਡ ਕਰਨੀ ਸੀਗੀ ਆਪਾਂ ਇਹ ਫੰਕਸ਼ਨ ਕੀ ਸੀਗਾ ਕੰਟੀਨਿਊਸ ਹੈ ਜੀ ਇਹ ਫੰਕਸ਼ਨ ਕੰਟੀਨਿਊਸ ਸੀ ਤਾਂ f π/4 ਦੀ ਵੈਲਿਊ ਕਿੰਨੀ ਆ ਗਈ -1/2 ਕਲੀਅਰ ਹੋ ਗਿਆ ਜੀ ਸਭ ਨੂੰ ਇਹ क्वेश्चन नंबर 14 हो गया जी डन ओके जी करिए मूव क्वेश्चन नंबर 15 if fx x not equal to 0 be continuous at x equal to 0 then f0 कंटिन्यूस अपन दे रखा जी फंक्शन कंटिन्यूस दे रखा था f0 की वैल्यू फाइंड करनी है जी पुट कर दो f पहला fx देखो की दिता होया fx अपने को गिवन हैगा √4 प्लस x -2 अपॉन x चलो जी f0 पॉइंट 4 प्लस 0 -2 अपॉन 0 4 का √2 2 -2 अपॉन 0 0 अपॉन 0 ये इंटरमीडिएट बन गई तो लै जाओ जी हॉस्पिटल अप्लाई हॉस्पिटल अप्लाई जी हॉस्पिटल तो √4 प्लस x का डेरिवेटिव क्या आएगा 1/2 अगे नीचे आ जाएगा रूट से √4 प्लस x -2 का 0 नीचे x का 1 तो 1/2 √4 प्लस x ये बन गया जी सारा अपने ठीक है जी हम 0 पुट करनी है आप f0 फाइंड करना तो देखो जी की आएगा फिर ये आएगा 1/2 ये बन जाएगा √4 लिखते हैं 2 तो 1/4 आंसर ਜਿਹੜਾ ਆਹ 1/2 ਹੈਗਾ ਜੀ ਇਹ ਆਪਣੇ ਕੋਲ ਕੀ ਹੈ ਇੱਕ ਲਾਲਚ ਹੈ ਇਸ ਤੋਂ ਆਪਾਂ ਬਚਣਾ ਰਾਈਟ ਆਨਸਰ ਬੀ ਜਿਨ੍ਹਾਂ ਨੇ ਵੀ ਬੀ ਦਿੱਤਾ ਬਿਲਕੁਲ ਰਾਈਟ ਹੈ ਇਹ ਆਪਸ਼ਨ ਬਿਲਕੁਲ ਰੋਂਗ ਹੈ ਜਿਨ੍ਹਾਂ ਨੇ ਵੀ ਇਹ ਦਿੱਤਾ ਆਪਣਾ ਰਾਈਟ ਆਨਸਰ ਕੀ ਹੋਏਗਾ ਬੀ ਹੋਏਗਾ ਫੰਕਸ਼ਨ ਕੰਟੀਨਿਊ ਸੀਗਾ f0 ਦੀ ਵੈਲਿਊ ਆਪਾਂ ਦੱਸਣੀ ਸੀ ਸਿੰਪਲ ਜਿਹੇ ਐਮਸੀਕਿਊ ਆਉਂਦੇ ਨੇ ਜੀ ਇਹ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਹੁੰਦੀ ਹਾਂ ਅਗਰ ਜ਼ਿਆਦਾ ਥਿਓਰਟੀਕਲ ਆਏਗਾ ਥਿਓਰਮਸ ਆਉਣਗੇ ਫਿਰ थोड़ा जिहा डिफिकल्ट पै सकता है और थ्योरमा बहुत आने के घट चांस होंगे ने आपां नूं मास्टर कैडर दे विच सिंपल जे क्वेश्चन पूछे जाते हैं बस ज़्यादा डिफिकल्ट नहीं है लो जी देखते हैं आ क्वेश्चन कौन करता जी जिन्हें आ क्वेश्चन का आंसर रिप्लाई करता बिल्कुल राइट आंसर देता उन्होंने मिलणगे 5 चॉकलेट नाम जी 5 चॉकलेट बस ठीक है जी कल 5 चॉकलेट प्राइज ਦੇ ਵਿੱਚ ਮਿਲਣਗੇ ਤਾਂ ਦੇਖਦੇ ਆ ਜੀ ਕੌਣ ਕਰਦਾ ਇਹਦਾ ਆਨਸਰ ਬਿਲਕੁਲ ਸਟ੍ਰੀਕ ਆਨਸਰ ਰਾਈਟ ਆਨਸਰ ਕੌਣ ਦਿੰਦਾ ਹੈਗਾ ਤਾਂ ਫੰਕਸ਼ਨ ਹੀ ਕੰਟੀਨਿਊਸ ਹੈ ਸਭ ਤੋਂ ਪਹਿਲਾਂ ਤਾਂ ਇਹ ਦੇਖੋ ਜੀ ਕੰਟੀਨਿਊਸ ਫੰਕਸ਼ਨ ਕਿਹੜਾ ਹੋਏਗਾ ਜਿਹਦੀ ਲੈਫਟ ਹੈਂਡ ਲਿਮਿਟ ਇਕੁਅਲ ਹੋਏਗੀ ਰਾਈਟ ਹੈਂਡ ਲਿਮਿਟ ਦੇ ਇਕੁਅਲ ਹੋਏਗੀ ਫੰਕਸ਼ਨ ਦੀ ਵੈਲਿਊ ਦੇ ਉੱਪਰ ਕੋਈ ਹੋਏਗਾ ਫੰਕਸ਼ਨ ਕੰਟੀਨਿਊਸ ਠੀਕ ਹੈ ਜੀ ਸਭ ਤੋਂ ਪਹਿਲੀ ਗੱਲ ਤਾਂ ਹੁਣ ਆਪਾਂ ਕੀ ਕਰਨਾ ਹੈਗਾ ਆਪਾਂ ਫੰਕਸ਼ਨ ਦੀ ਵੈਲਿਊ ਲੈਫਟ ਹੈਂਡ ਲਿਮਿਟ ਕੱਢ ਦੋ ਚਲੋ ਲੈਫਟ ਹੈਂਡ ਲਿਮਿਟ ਕੀ ਆਏਗੀ x ਟੈਂਡਸ ਟੂ 0 ਨੈਗੇਟਿਵ ਪਰ 0 ਨੈਗੇਟਿਵ ਤੇ ਫੰਕਸ਼ਨ ਕਿਹੜਾ ਹੈ ਆਹ ਵਾਲਾ ਲੈਸ ਦੈਨ 0 ਤੇ ਫੰਕਸ਼ਨ ਕਿਹੜਾ ਆਹ ਵਾਲਾ ਤਾਂ ਲੈ ਲਓ ਜੀ 1 ਮਾਈਨਸ cos 4x x ਸਕੁਅਰ पुट कर दो 0 1 माइनस cos ये 0 हो गया नीचे भी 0 हो गया तो 1 माइनस 1 अपॉन 0 0 अपॉन 0 तो ये इंटरमीडिएट इंडिटरमिनेट फॉर्म बन गई इंडिटरमिनेट ठीक है जी तो अप्लाई कर दो एल हॉस्पिटल लेफ्ट हैंड लिमिट x टेंड्स टू 0 नेगेटिव
तो 1 का 0 माइनस माइनस खत्म हो जाएगा, फिर cos का की आएगा माइनस साइन 4x, तो 4 साइन 4x और नीचे कितना हो गया जी, नीचे हो गया 2x। तो हम दोबारा तो अगर आप लिमिट पुट करांगे तो साइन 0 0 नीचे 2 0 0, तो फिर तो है इंडिटरमिनेट फॉर्म बन गई। तो अगेन अप्लाई कर दो एल हॉस्पिटल एंड लिमिट x टेंड्स टू 0 नेगेटिव, 0 नेगेटिव फंक्शन फॉर साइन 4x दा cos 4x और 4x दा अगेन 4 और नीचे की आएगा 2x दा 2। तो हम लिमिट पुट करांगे जी, तो 4 into 4 और cos 0 1 नीचे 2 2 कैंसिल, ये आ गया 2 into 4 8। तो लेफ्ट हैंड लिमिट आपको पता की देखो फंक्शन की वैल्यू ए ऊपर, तो फंक्शन की वैल्यू ए 0 ऊपर कितनी है ए, तो ए की वैल्यू कितनी आ गई 8 आ गई। बट ਆਪਾਂ ਇੱਥੋਂ ਰਾਈਟ ਹੈਂਡ ਲਿਮਿਟ ਵੀ ਕੱਢ ਸਕਦੇ ਹਾਂ ਜੀ, ਉਹ ਤੁਸੀਂ ਜ਼ਰੂਰ ਕੱਢ ਕੇ ਦੇਖਣੀ ਹੈ। ਰਾਈਟ ਹੈਂਡ ਲਿਮਿਟ ਵੀ ਸੋਲਵ ਕਰਨੀ ਹੈ x ਟੈਂਡਸ ਟੂ 0 ਪੋਜ਼ਿਟਿਵ ਲੈ ਕੇ। ਆਪਾਂ ਨੂੰ ਇਹ ਫੰਕਸ਼ਨ ਕੰਟੀਨਿਊਸ ਦੇ ਰੱਖਿਆ, ਇਹ ਉਸ ਹੈ ਕਿ a ਵੈਲਿਊ ਵੀ 8 ਹੀ ਆਏਗੀ, ਠੀਕ ਹੈ ਜੀ, ਤਿੰਨੋਂ ਵੈਲਿਊਆਂ ਬਰਾਬਰ ਆਣਗੀਆਂ ਅਗਰ ਫੰਕਸ਼ਨ ਕੰਟੀਨਿਊਸ ਹੈ। ਬਟ ਤੁਸੀਂ ਜ਼ਰੂਰ ਟਰਾਈ ਕਰਨਾ ਇਹਨੂੰ ਸੋਲਵ ਕਰਨਾ ਦੀ √x upon √16 प्लस √x -4, ਇਹ ਵਾਲਾ ਜੋ ਹੈ ਇਹ ਤੁਸੀਂ ਜ਼ਰੂਰ ਸੋਲਵ। राइट आंसर कितना आया 8। जिन्होंने भी सी ऑप्शन दिता बिल्कुल राइट आंसर है सी ऑप्शन, ठीक है जी, सी ऑप्शन बिल्कुल राइट। क्वेश्चन नंबर 17, इफ fx अपन कितना गिवन है x स्क्वायर sin 1/x where x not equal to 0, then the value of the function fx 8 x equal to 0 so that the function is continuous at x equal to 0 is। तो की वैल्यू आएगी जी, जल्दी दसो, रिप्लाई करो, ए ऑप्शन, बी ऑप्शन, सी ऑप्शन, डी ऑप्शन। तो आप फंक्शन की वैल्यू 0 ऊपर कटनी है, f0 आपने फाइंड करना है x sin y, ठीक है जी, 0 के ऊपर आप वैल्यू फाइंड करनी है कि ए ऑप्शन, बी ऑप्शन, सी ऑप्शन या डी ऑप्शन की आएगा या डज नॉट डिफाइंड आएगा, ठीक है, डज नॉट डिफाइंड भी लिख सकते हैं। तो देखते जी कौन इसका आंसर दे पाता प्रॉपरली। तो एक्स के नाल अगर जो साइन 1/x लग्या होंगे ना, तो यह फंक्शन की होंगे बाउंडर फंक्शन, आ फंक्शन की हो गया बाउंडर हो गया, बाउंडर फंक्शन, और आ एक्स से की होएगी लिमिट पुट f0 है, तो ये 0 ते लिमिट पुट साइन 1/0, एक ही हो गया बाउंडर हो गया, तो 0 इंटू बाउंडर फंक्शन ऑलवेज बनेगा 0। तो आप जरूर किया होया x sin 1/x, एक क्वेश्चन में किया होया, तो इत्थे x स्क्वायर है तो भी कोई चक्कर नहीं, x स्क्वायर sin 1/x एक ही बनेगा 0 बनेगा। राइट आंसर ए ऑप्शन, राइट, ठीक है जी, ए ऑप्शन की होगी राइट होगी। क्वेश्चन नंबर 18, फंक्शन fx इक्वल टू log x प्लस, वेरी वेरी ट्रिकी क्वेश्चन, देखते हैं जी कौन करता है log x प्लस √1 - x स्क्वायर। जो इस क्वेश्चन का आंसर देगा ना उन्होंने मिलने जी 10 टॉफी प्राइस, 10 टॉफी बिल्कुल हाई प्राइस रखा गया। जो इस क्वेश्चन का आंसर देगा, ठीक है जी, उन्होंने मिलने 10 टॉफी प्राइस के बहुत ही हाई। देखते हैं जी कौन इसका आंसर, वेरी वेरी इंपोर्टेंट क्वेश्चन कह सकते हैं एग्जाम के कला log x भी आ सकता है, इन्ना क्वेश्चन भी आ सकता है इन्ना जी, या प्रॉपर पूरा भी आ सकता है, एकदम टिप टॉप इंपोर्टेंट क्वेश्चन जिन्होंने कहा जाता है log x का वो वाला क्वेश्चन। तो देखो जी अगर ए ऑप्शन की आप गल कर लीए, ठीक है जी, ए ऑप्शन की गल कर लीए तो 1 तो ये फंक्शन कंटिन्यू, ये देखो आ ऑप्शन 0 1 ओपन 0 1 है, ये ऑप्शन की गल कर रहे हैं ओपन 0 1, बट ये फंक्शन देखो तुसी 1 तो कंटिन्यूस है log
1 प्लस log सॉरी रूट 1 माइनस 1 का स्केयर log 1 कितना 0 1 माइनस 1 कितना 0 0 इतने तक कंटिन्यूस है A1 ਨੂੰ ਕੰਸੀਡਰ ਨਹੀਂ ਕਰ ਰਿਹਾ ਆਪਸ਼ਨ ਤਾਂ ਇਹ ਆਪਸ਼ਨ ਕੀ ਹੋਗੀ ਰੌਂਗ ਫਸਟ ਆਪਸ਼ਨ ਗਈ ਕਿਉਂਕਿ 1 ਤੇ ਕੰਟੀਨਿਊਸ ਹੈ ਤੇ 1 ਨੂੰ ਇਹ ਕੰਟੇਨ ਨਹੀਂ ਕਰ ਰਿਹਾ ਕਿਉਂਕਿ ਓਪਨ ਇੰਟਰਵਲ ਦੇ ਵਿੱਚ ਆਪਾਂ 1 ਥੋੜੀ ਲੈ ਸਕਦੇ ਹਾਂ ਤਾਂ ਇਹਦਾ ਮਤਲਬ ਤਾਂ ਇਹ ਰੌਂਗ ਹੋਗਾ ਆਪਸ਼ਨ ਕਿ 1 ਤੇ ਕੰਟੀਨਿਊਸ ਬਣ ਰਿਹਾ ਤੇ 1 ਨੂੰ ਇਹ ਕੰਸੀਡਰ ਨਹੀਂ ਕਰ ਰਿਹਾ ਸੈਕੰਡ ਆਪਸ਼ਨ ਬੀ ਆਪਸ਼ਨ ਕੀ ਆਪਣੇ ਕੋਲ क्लोज इंटरवल -1 to 1 क्लोज इंटरवल -1 to 1 पहली गल तो -1 ते डिसकंटिन्यूस फिर -1 to 1 ਦੇ ਵਿਚਾਲੇ 0 ਵੀ ਤਾਂ ਆਏਗੀ ਤਾਂ 0 ਦੇ ਤਾਂ log ਕੀ ਹੁੰਦਾ ਹੈ ਅਨਡਿਫਾਈਨਡ ਹੀ ਹੁੰਦਾ अनडिफाइंड मीन्स डिसकंटिन्यूस ठीक है जी तब बी ऑप्शन भी कैंसिल सी ऑप्शन 0 to इनफिनिटी 0 to इनफिनिटी ਚੱਕ ਲਓ ਠੀਕ ਹੈ ਜੀ ਇਹਦੇ ਆਪਾਂ ਕਹਿਤਾ 1 ਵੀ ਆ ਗਿਆ 0 ਨਹੀਂ ਕੰਸੀਡਰ ਹੋਈ ਠੀਕ ਹੈ ਜੀ ਵੈਰੀ ਗੁੱਡ 1 ਆ ਗਿਆ 1 ਤੇ ਆਪਾਂ ਕਹਿਤਾ ਜੀ ਇਹ ਕੰਟੀਨਿਊਸ ਹੈ ਠੀਕ ਹੈ ਜੀ ਕਹਿੰਦਾ 0 2 ਆ ਗਿਆ 0 to ਇਨਫਿनिटी ਦੇ ਵਿੱਚ ਆਦਾ 2 ਵੀ ਆਏਗਾ ਤੇ ਜਦੋਂ 2 ਆ ਗਿਆ ਇੱਥੇ ਪੁੱਟ ਕਰਤਾ log 2 ਠੀਕ ਹੈ ਜੀ ਰਾਈਟ ਪਲੱਸ 1 ਮਾਈਨਸ ਤਾਂ ਇੱਥੇ ਜਦੋਂ 2 ਪੁੱਟ ਕਰਾਂਗੇ ਤਾਂ ਇਹ ਤਾਂ ਨੈਗੇਟਿਵ ਬਣ ਜਾਏਗਾ ਨੈਗੇਟਿਵ ਦਾ ਮੀਨਸ ਇਹ ਬਣ ਗਿਆ 4 ਮਾਈਨਸ ਇਹ log -3 ਤਾਂ ਇਹ ਤਾਂ ਜੀ इमेजिनरी हो गया ए भी की हो गया ऑप्शन कैंसिल ऑप्शन सी 0 जी दे विच कंसीडर नहीं हैगी 1 जी कंसीडर हैगा यानी कि ओपन 0 क्लोज्ड 1 ਇਹਨੂੰ ਬੋਲਾਂਗੇ ਆਪਾਂ ਕੰਟੀਨਿਊਸ ਇਸ ਪੁਆਇੰਟ ਤੇ ਕੀ ਹੋਏਗਾ ਹੈ ਕੰਟੀਨਿਊਸ ਹੋਏਗਾ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਜਿਹਨੂੰ ਕਿਹਾ ਜਾਂਦਾ ਉਹ ਵਾਲਾ ਕੁਐਸਚਨ ਇਹ ਆਪਸ਼ਨ ਬਿਲਕੁਲ ਰਾਈਟ ਹੈ ਆਪਾਂ ਚਾਰੋਂ ਆਪਸ਼ਨ ਮੈਂ ਤੁਹਾਨੂੰ ਡਿਸਕਸ ਕਰਕੇ ਦੱਸ ਦਿੱਤੀਆਂ ਕਿ ਕਿਹਦੇ ਵਿੱਚ ਕੀ ਕਮੀ ਹੈ ਤਾਂ ਡੀ ਆਪਸ਼ਨ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਇਹ ਬਿਲਕੁਲ ਰਾਈਟ ਹੈ ਜੀ ਆਪਣੇ ਕੋਲ ਕੱਲਾ log x ਵੀ ਪੁੱਛਿਆ ਜਾਂਦਾ ਹੈ ਤਾਂ log x ਆਪਣਾ ਅਨਡਿਫਾਈਨਡ ਹੋਏਗਾ 0 ਤੇ -1 ਠੀਕ ਹੈ ਜੀ 0 -1 ਕਲੀਅਰ ਚਲੋ ਜੀ ਇੰਪੋਰਟੈਂਟ ਕੁਐਸਚਨ ਹੈਗਾ ਜੀ ਤੁਸੀਂ ਧਿਆਨ ਨਾਲ ਇਹਨੂੰ ਜ਼ਰੂਰ ਕਰਨਾ ਦਾ ਫੰਕਸ਼ਨ 1 plus more sin x is differentiable nowhere, differentiable everywhere, continuous nowhere, continuous everywhere. देखते हैं जी कौन ਇਹਦਾ आंसर बिल्कुल राइट ਤੇ ਸਟੀਕ ਦੇ ਪਾਉਂਦਾ क्वेश्चन नंबर 19 ਲੱਗ ਜੋ ਪਤਾ ਜੀ ਕਿਹਨੂੰ ਕਨਸੈਪਟ ਕਲੀਅਰਟੀ ਹੈ ਤੇ ਜਿਹਨੂੰ ਕਨਸੈਪਟ ਕਲੀਅਰਟੀ ਹੋਈ ਉਹਦੇ ਲਈ ਸਿਰਫ 2 ਸੈਕਿੰਡ ਦਾ ਕੁਐਸਚਨ ਹੈ ਸਿਰਫ 2 ਸੈਕਿੰਡ ਦਾ जो मैं तरीका करवाया से वो किसी के दिमाग च तो तुसी देखो जी 1 तो कंटीन्यूअस ही है जी ये तो बेचारा प्रॉपर वैल्यू है कांस्टेंट फंक्शन है ये तो कंटीन्यूअस है ये तो कुछ नहीं कहना बट sin x की दे विच मोड च ते मोड जेड़ा फंक्शन हुंदा है वो ऑलवेज की हुंदा है ऑलवेज हुंदा है कंटीन्यूअस तो कंटीन्यूअस प्लस कंटीन्यूअस की बन गया fx ऑलवेज कंटीन्यूअस ऑप्शन नंबर डी कंटीन्यूअस एवरीवेयर राइट ऑप्शन डी डिफरेंशियल दी तो आप गल ही नहीं की ऑप्शन तो वैसे ही कैंसिल ने इत्थे इस दे अकॉर्डिंग एग्जाम दे अकॉर्डिंग नहीं हैगी एग्जाम च आपां नूं थोड़ी पता होगा कि क्वेश्चन किहदे विचों आया बट अगर अपनी जो टॉपिक चल रहा है उस दे अकॉर्डिंग देखिए तो डिफरेंशियल वाले तो ऑप्शन ही कैंसिल ने क्योंकि आप डिफरेंशियल वाले कीते नहीं हैगा तो इत्थे अपने कोल कंटीन्यूअस नाउवेयर ते कंटीन्यूअस एवरीवेयर दे विचों एक चूज करना सी आपां तो वन तो देखो जी कंटीन्यूअस ही है एवरीवेयर बट मोड फंक्शन भी की हुंदा है continuous होता always तो continuous plus continuous का continuous everywhere option नंबर डी क्लियर होगा जी क्वेश्चन नंबर 19 क्वेश्चन नंबर 20 20th क्वेश्चन देखो जी if fx is polynomial of degree m कोई fx है वो डिग्री m ਦਾ ਪੋਲੀਨੋਮੀਅਲ ਹੈ ਪੋਲੀਨੋਮੀਅਲ ਆਫ ਡਿਗਰੀ m ਇੱਕ ਕੁਐਸਚਨ ਪੁੱਛਦੇ ਆ ਤੁਹਾਨੂੰ ਦੇਖਦੇ ਆ ਜੀ ਕਿ ਕਿੰਨੇ ਜਵਾਬ ਦੇ ਸਕਦੇ ਆ ਪੋਲੀਨੋਮੀਅਲ ਤੇ ਇਕੁਏਸ਼ਨ ਇਹਨਾਂ ਦੋਨਾਂ 'ਚ ਕੀ ਡਿਫਰੈਂਸ ਹੁੰਦਾ ਪੋਲੀਨੋਮੀਅਲ ਤੇ ਇਕੁਏਸ਼ਨ ਦੇ ਵਿੱਚ ਕੀ ਡਿਫਰੈਂਸ ਹੁੰਦਾ ਕੌਣ ਦੱਸੇਗਾ ਜੀ
ਬਿਲਕੁਲ ਟਾਈਮ ਲੈ ਸਕਦੇ ਹੋ ਤੁਸੀਂ 1 ਮਿੰਟ ਦੇ ਵਿੱਚ ਜਿੰਨਾ ਟਾਈਪ ਕਰਨਾ ਟਾਈਪ ਕਰ ਸਕਦੇ ਹੋ। ਪੋਲੀਨੋਮੀਅਲ ਤੇ ਇਕੁਏਸ਼ਨ ਦੇ ਵਿੱਚ ਕੀ ਡਿਫਰੈਂਸ ਹੁੰਦਾ ਹੈ? ਦੇਖਦੇ ਹਾਂ ਜੀ ਕੌਣ ਦੱਸੇਗਾ ਇਹਨੂੰ। मैंने थोड़ा क्वेश्चन रिपीट कर ला, कंटिन्यूस अगे पढ़ना जी। तो तुसी इनू जरूर डिफाइन करो कि पॉलीनोमियल ते इक्वेशन दे विच की डिफरेंस हुंदा है दोनों च। डिफरेंस देखते हैं जी कौन दस सकता है। तो एफ आपां नूं पॉलीनोमियल दिता होया डिग्री m दा। then which of the following is not true? केड़ा इन्हां दे विचों ट्रू नहीं हैगा? not true, not true पूछा है, ध्यान दिओ, नॉट ट्रू केड़ा ट्रू नहीं हैगा जी, केड़ा ट्रू नहीं हैगा वो दसना है आपां। तो सब हुण चलो जी गल कर लईए आपां पॉलीनोमियल ते इक्वेशन दी। तां तुहाडे आंसर बहुत घट आ रहे ने, जल्दी दसो जी पॉलीनोमियल ते इक्वेशन दे विच की डिफरेंस हुंदा है? ਆਪਾਂ ਉਸੇ ਐਗਜ਼ਾਮਪਲ ਨੂੰ ਲੈ ਕੇ ਹੀ ਅੱਗੇ ਮੂਵ ਕਰਾਂਗੇ। ਦੇਖੋ ਪੋਲੀਨੋਮੀਅਲ ਤਾਂ ਉਹ ਹੁੰਦਾ ਹੈ ਜੀ ਜਿਹੜਾ x² + x ਆਪਾਂ ਕੁਝ ਵੀ ਲਿਖਤਾ ਲੇਕਿਨ ਇਕੁਅਲ ਟੂ ਆਪਾਂ 0 ਨਾ ਲਿਖੀਏ, ਬਸ ਆ ਪੋਲੀਨੋਮੀਅਲ ਹੋ ਗਿਆ। ਅਗਰ ਮੈਂ ਇਸੇ ਨੂੰ ਹੀ ਲਿਖਦਾ x² + x = 0 ਤਾਂ ਇਹ ਮੇਰੀ ਬਣ ਜਾਏਗੀ ਇਕੁਏਸ਼ਨ। ਇਹ ਕੀ ਬਣ ਜਾਏਗੀ? ਇਕੁਏਸ਼ਨ। और किया हैगा मेरा पॉलीनोमियल विदाउट इक्वल पॉलीनोमियल विद इक्वल इक्वेशन। क्लियर? तो हम आपको पॉलीनोमियल दे रखा है कितने डिग्री का? m डिग्री का, यानी कि कोई x दी m प्लस x, चलो आ लेट कर दो आप वाले तो की लेना आ लेट कर दो, ठीक है जी। m डिग्री का है x आ पॉलीनोमियल आप सपोज कर लिया। तो हम देखो जी फर्स्ट ऑप्शन f इज डेरिवेबल एट ऑल x बिलोंग टू r, तो डेरिवेबल तो होएगा जी पॉलीनोमियल फंक्शन इज ऑलवेज डेरिवेबल। ਜਿਹੜਾ ਪੋਲੀਨੋਮੀਅਲ ਹੁੰਦਾ ਹੈ ਉਹ ਆਲਵੇਜ਼ ਕੀ ਹੁੰਦਾ ਹੈ? ਆਲਵੇਜ਼ ਡੈਰੀਵੇਬਲ ਹੁੰਦਾ ਹੈ ਨਾ। ਪੋਲੀਨੋਮੀਅਲ ਫੰਕਸ਼ਨ ਕੀ ਹੁੰਦਾ ਹੈ? ਆਲਵੇਜ਼ ਡੈਰੀਵੇਬਲ ਹੁੰਦਾ ਹੈ। ਤਾਂ ਇਹ ਆਪਸ਼ਨ ਤਾਂ ਬਿਲਕੁਲ ਟਰੂ ਹੈ, ਮੈਨੇ ਨੋਟ ਟਰੂ ਪੁੱਛਿਆ। f ਇਜ਼ ਕੰਟੀਨਿਊਸ ਟੂ ਆਲ x ਬਿਲੋਂਗ ਟੂ r, ਤਾਂ ਜ਼ਰੂਰ ਪੋਲੀਨੋਮੀਅਲ ਕੀ ਹੋਏਗਾ? ਆਲਵੇਜ਼ ਕੰਟੀਨਿਊਸ ਵੀ ਹੋਏਗਾ। ਪੋਲੀਨੋਮੀਅਲ ਹੋ ਗਈ, ਇਕੁਏਸ਼ਨ ਹੋ ਗਈ, ਇਹ ਆਲਵੇਜ਼ ਕੀ ਹੁੰਦੀਆਂ ਨੇ? ਕੰਟੀਨਿਊਸ ਵੀ ਹੁੰਦੀਆਂ ਨੇ। ਤਾਂ ਇਹ ਆਪਸ਼ਨ ਵੀ ਬਿਲਕੁਲ ਟਰੂ ਹੈ ਜੀ, ਬੀ ਆਪਸ਼ਨ ਵੀ। ਠੀਕ ਹੈ ਜੀ, ਨੋਟ ਟਰੂ ਪੁੱਛਿਆ ਉਹਨਾਂ ਨੇ। तो उन्होंने पूछा dn, अगर आप इसका की कर दिए डिफरेंशिएट कर दिए dn y अपॉन dxn इक्वल टू 0 होगा कदों? जो n ग्रेटर दैन m है। तो बिल्कुल राइट है जी, जे n ग्रेटर दैन m है तो n तो बड़ा हो गया, डेरिवेटिव ज्यादा हो गया, तो इसका मतलब ਉਹਦਾ डेरिवेटिव की वैल्यू 0 ही बनेगी क्योंकि n m नालों बड़ा है। तो ये भी बिल्कुल ट्रू है जी। अगर इस कहानी ਦੇ ਵਿੱਚ ਉਹਨਾਂ ਨੇ ਟਵਿਸਟ ਪਾਇਆ ਹੁੰਦਾ ਤਾਂ ਇੱਥੇ ਅਗਰ m ਲੈਸ ਦੈਨ n ਹੁੰਦਾ ਫਿਰ ਆਪਣਾ ਇਹ ਬਿਲਕੁਲ ਨੋਟ ਟਰੂ ਹੋਣਾ ਸੀ, ਪਰ ਇਹ ਹੁਣ ਟਰੂ ਹੈ। ਤਾਂ ਇੱਥੇ ਆਪਸ਼ਨ ਆਏਗਾ ਡੀ, ਨਨ ਆਫ ਥੀਸ, कोई भी ਇਹਨਾਂ ਦੇ ਵਿੱਚੋਂ ਨੋਟ ਟਰੂ ਨਹੀਂ ਹੈ। ਆਪਸ਼ਨ डी राइट। ठीक है जी, अगर m ਲੈਸ ਦੈਨ n ਹੁੰਦਾ ਫਿਰ ਆਪਣੇ ਕੋਲੇ ਆ ਨੋਟ ਟਰੂ ਹੋ ਜਾਣਾ। क्लियर हो गया सारा क्वेश्चन है। 20th क्वेश्चन इंपॉर्टेंट क्वेश्चन है, जरूर इन्हों मैच करो रखियो। क्वेश्चन नंबर 21, a function is said to be continuous for x belong to r। कोई फंक्शन ਨੂੰ ਆਪਾਂ ਕੰਟੀਨਿਊਸ ਕਦੋਂ ਬੋਲਾਂਗੇ? x belong to r, ਰੀਅਲ ਨੰਬਰ ਦੇ ਉੱਤੇ। all ਰੀਅਲ ਦੇ ਉੱਪਰ ਆਪਾਂ ਕੰਟੀਨਿਊਸ ਫੰਕਸ਼ਨ ਨੂੰ ਕੰਟੀਨਿਊਸ ਕਦੋਂ ਬੋਲਾਂਗੇ ਕਿ ਉਹ x = 0 ਤੇ ਕੰਟੀਨਿਊਸ ਹੋਗਾ? ਇਹ ਤਾਂ ਕੋਈ ਗੱਲ ਹੀ ਨਹੀਂ ਬਣੀ। ਅਗਰ 0 ਤੇ ਕੰਟੀਨਿਊਸ ਹੋ ਗਿਆ ਤਾਂ ਇਹਦਾ ਮਤਲਬ ਇਹ ਥੋੜੀ ਹੈ ਕਿ ਉਹ ਸਾਰੇ ਰੀਅਲ ਤੇ ਕੰਟੀਨਿਊਸ ਹੋ ਜੇ। ਰੌਂਗ ਹੈ ਜੀ ਇਹ ਗੱਲ ਤਾਂ, ਕਿ x = 0 ਤੇ ਕੰਟੀਨਿਊਸ ਹੋਣ ਨਾਲ ਉਹ ਸਾਰੇ ਰੀਅਲ ਨੰਬਰ ਤੇ ਥੋੜੀ ਕੰਟੀਨਿਊਸ ਹੋ ਸਕਦਾ ਹੈ। ਅਜੇ ਤਾਂ ਕੋਈ ਵੀ ਫੰਕਸ਼ਨ ਚੱਕ ਲਓ जो 0 ਤੇ ਕੰਟੀਨਿਊਸ ਹੈ, ਹੋ ਸਕਦਾ 1 ਤੇ। ਜਿਵੇਂ ਹੁਣ ਕੋਈ ਵੀ ਫੰਕਸ਼ਨ ਆਪਾਂ ਲੈਟ ਕਰ ਲਓ ਜੀ, ਸਪੋਜ਼ ਕਰ ਲਓ ਕੁਝ ਵੀ, ਇਦਾਂ ਦੇ ਬਥੇਰੇ ਫੰਕਸ਼ਨ ਨੇ ਜੋ 0 ਤੇ ਕੰਟੀਨਿਊਸ ਤੇ ਕਿਸੇ ਹੋਰ ਫੰਕਸ਼ਨ ਤੇ ਡਿਸਕੰਟੀਨਿਊਸ ਹੋ ਜਾਂਦੇ ਨੇ। ਤਾਂ ਇਹਦਾ ਮਤਲਬ ਇਹ ਤਾਂ ਬਿਲਕੁਲ ਰੌਂਗ ਆਪਸ਼ਨ ਹੈ। डिफरेंशिएबल 8x = 0, तो डिफरेंशिएबल भी जो x = 0 ਤੇ ਹੋ ਗਿਆ ਤਾਂ ਜ਼ਰੂਰੀ ਤਾਂ ਨਹੀਂ ਕਿ ਕੰਟੀਨਿਊਸ ਪੂਰੇ ਰੀਅਲ ਨੰਬਰ ਤੇ ਹੋਏਗਾ। ਇਹ ਵੀ ਰੌਂਗ ਆਪਸ਼ਨ ਹੈ ਜੀ। कंटिन्यूस है 2 पॉइंट, अगर 2 पॉइंट तक कंटिन्यूस हो गया, 2 पॉइंट तक कंटिन्यूस हो गया तो आप थोड़ी कह सकते हैं कि कंटिन्यूस पूरे रियल पे हो गया। ये भी रॉन्ग है जी। डिफरेंशियल रेट फॉर x बिलोंग टू r, बिल्कुल राइट ऑप्शन डी। क्यों? अगर डिफरेंशियल हो जाता है, डिफरेंशियल हो जाता है x बिलोंग टू r ते, तो आप बोल सकते हैं कि वो कंटिन्यूस भी होएगा x =
आर ते ਤਾਂ ਇੱਥੋਂ ਦੋ ਗੱਲਾਂ ਨਿਕਲ ਕੇ ਆਉਂਦੀਆਂ ਜੀ every differentiable function every differentiable function is always continuous कोई भी differentiable function हमेशा continuous होएगा ही होएगा but second line every continuous function may or may not be differentiable ਉਹ ਜ਼ਰੂਰੀ ਨਹੀਂ ਹੈਗਾ ਕਿ ਹਰੇਕ ਕੰਟੀਨਿਊਸ ਫੰਕਸ਼ਨ ਡਿਫਰੈਂਸ਼ੀਏਬਲ ਹੋਵੇ ਲੇਕਿਨ ਜੇ ਕੋਈ ਫੰਕਸ਼ਨ ਡਿਫਰੈਂਸ਼ੀਏਬਲ ਹੈ ਤਾਂ ਉਹ ਕੰਟੀਨਿਊਸ ਪੱਕਾ ਹੋਏਗਾ ਕਿਉਂਕਿ ਕੰਟੀਨਿਊਟੀ ਡਿਫਰੈਂਸ਼ੀਏਬਲ ਦੇ ਅੰਦਰ ਛੁਪੀ ਹੁੰਦੀ ਹੈ ਬਟ ਜੇ ਕੋਈ ਫੰਕਸ਼ਨ ਕੰਟੀਨਿਊਸ ਹੈ ਤਾਂ ਇਹ ਜ਼ਰੂਰੀ ਨਹੀਂ ਹੈਗਾ ਕਿ ਉਹ ਡਿਫਰੈਂਸ਼ੀਏਬਲ ਹੋਏ ਜਾਂ ਨਾ ਹੋਏ ਬੈਠੀਆਂ ਜੀ ਦੋਨੇ ਗੱਲਾਂ ਦਿਮਾਗ 'ਚ ਤਾਂ ਆਪਸ਼ਨ ਇਹਦਾ ਡੀ ਰਾਈਟ ਤੇ ਦੋ ਗੱਲਾਂ ਆ ਜ਼ਰੂਰ ਚੇਤੇ ਰੱਖਿਓ 22 the function f(x) equal to greatest integer function देखते हैं जी किहदे विच किन्नी याद शक्ति है x डिनोट करता greatest integer function ਨੂੰ is continuous at 4 -2 1 ਜਾਂ 1.5 ਤਾਂ ਆਪਾਂ ਇੱਕ ਗੱਲ ਕਰੀ ਸੀ ਯਾਦ ਹੋਵੇ ਤਾਂ 3 ਦਿਨ ਪਹਿਲਾਂ ਕਿ ਅੱਜ ਨਹੀਂ ਕਰੀ 3 ਦਿਨ ਪਹਿਲਾਂ ਕਰੀ ਸੀ ਕੀ ਗੱਲ ਕਰੀ ਸੀ ਕਿ ਜੋ greatest integer function ਹੁੰਦਾ ਨਾ greatest integer function ਇਹ always discontinuous ਹੁੰਦਾ है always discontinuous ਹੁੰਦਾ है किस ते 8 integer ते 8 integer ਇਹ integer ਤੇ ਕੀ ਹੁੰਦਾ ਹੈ discontinuous ਹੁੰਦਾ ਹੈ ਤਾਂ ਇਹਦੇ ਵਿੱਚ 4 ਵੀ integer ਹੈ ਇਹ ਤਾਂ discontinuous ਹੋਏਗਾ ਬਟ ਆਪਾਂ ਤਾਂ continuous ਦੱਸਣਾ ਹੈ ਤਾਂ ਮਾਈਨਸ 2 ਵੀ integer discontinuous ਹੋਏਗਾ 1 ਵੀ integer हाँ डिसकंटिन्यू होएगा लेकिन 1.5 की है इंटीजर नहीं हैगा तो इस ते फंक्शन की होएगा कंटिन्यूस होएगा ऑप्शन आ गया डी 1.5 ठीक है जी 1.5 राइट समझ आ गया सबनू जिन्होंने भी डी ऑप्शन दिता बिल्कुल राइट तुहाडा आंसर बिल्कुल सही निकल रहा है लो जी क्वेश्चन नंबर 23 देखते हैं जी कौन करेगा ना f and g are two real function continuous at a real number c दो फंक्शन ने अगर कंटिन्यूस ने c ऊपर f ते g ये दोनों फंक्शन की ने कंटिन्यूस ने 8 c दे ऊपर then f plus g is continuous f plus g is not continuous b option f plus g is continuous everywhere except c cannot कमेंट ऑन f plus g ਕਿਹੜਾ ਆਪਸ਼ਨ ਰਾਈਟ ਹੋਏਗਾ ਤਾਂ ਤੁਸੀਂ ਇੱਕ ਗੱਲ ਹਮੇਸ਼ਾ ਧਿਆਨ ਰੱਖੋ ਜੇ f ਤੇ g ਕੰਟੀਨਿਊਸ ਨੇ ਨਾ 8c ਦੇ ਉੱਤੇ ਤਾਂ f plus g ਉਹਨਾਂ ਦਾ ਸਮ ਵੀ ਆਲਵੇਜ਼ ਕੰਟੀਨਿਊਸ ਹੋਏਗਾ c ਉੱਪਰ ਆਲਵੇਜ਼ ਕੰਟੀਨਿਊਸ 8c ਠੀਕ ਹੈ ਜੀ ਸਮ ਵੀ ਹਮੇਸ਼ਾ ਉਹਨਾਂ ਦਾ ਕੀ ਹੋਏਗਾ ਕੰਟੀਨਿਊਸ ਹੋਏਗਾ ਤਾਂ ਆਪਸ਼ਨ ਨੰਬਰ A ਰਾਈਟ f plus g is continuous 8x equal to c ठीक है जी कंटिन्यूस फंक्शन का सम जेड़ा होएगा वो भी कंटिन्यूस होएगा हो गया जी डन सबनू क्लियर कंफ्यूज नहीं होना ते बिल्कुल कान खोल के ते अखां खोल के देखना ते कान खोल के सुनना ये गल कही आपां कि अगर f ते g कंटिन्यूस ने c ऊपर तो उन्हां दा जेड़ा सम है वो भी कंटिन्यूस होएगा किथे c दे क्लियर जी चलो क्वेश्चन नंबर 24 the set of point of discontinuity of the function the set of point दसने ने very important question 1 fx is equal to 1 upon log mod x है ਤਾਂ ਹੁਣ ਇਹ ਆਪਸ਼ਨ ਆਪਾਂ ਨੂੰ ਪਤਾ ਜੀ 0 ਤੇ ਤਾਂ ਇਹ ਫੰਕਸ਼ਨ ਕੀ ਹੈ log 0 ਤੇ undefined ਤਾਂ ਇਹ ਆਪਸ਼ਨ ਤਾਂ ਕੱਟਿਆ ਗਿਆ ਹਾਂ ਡਿਸਕੰਟੀਨਿਊ ਹੈ ਗਿਆ ਮੰਨ ਲਓ ਇਹ ਤੇ ਇਕੱਲੇ ਸੈੱਟ ਤੇ ਡਿਸਕੰਟੀਨਿਊ ਹੈ ਠੀਕ ਹੈ ਜੀ ਇੱਕ ਵਾਰੀ ਓਕੇ ਹੈ ਠੀਕ ਹੈ ਜੀ ਇੱਕ ਵਾਰੀ ਨੂੰ ਲੈ ਕੇ ਚੱਲਦੇ ਆ ਹਾਂ ਚ ਇੱਕ ਵਾਰੀ ਨੂੰ ਆਪਾਂ ਹਾਂ ਚ ਲੈ ਕੇ ਚੱਲਦੇ ਆ ਵੀ ਹਾਂ ਇਹ ਤੇ ਡਿਸਕੰਟੀਨਿਊ ਹੈ ਤਾਂ -1 ਤੇ 1 ਤੇ ਵੀ ਡਿਸਕੰਟੀਨਿਊ ਹੈ ਠੀਕ ਹੈ ਜੀ -1 ਤੇ 1 ਤੇ ਡਿਸਕੰਟੀਨਿਊ ਹੈ ਕਿਵੇਂ ਡਿਸਕੰਟੀਨਿਊ ਦੱਸ ਸਕਦਾ ਜੀ ਕੋਈ ਕਿਵੇਂ ਡਿਸਕੰਟੀਨਿਊ ਹੈ
ਤੁਸੀਂ ਤਾਂ ਕਹੋਗੇ ਜੀ 1 ਤੇ ਤਾਂ ਡਿਫਾਈਨ ਹੁੰਦਾ log। कौन दसेगा जी कि -1 ते ਇਹ डिसकंटीन्यूअस ਕਿਵੇਂ ਹੈ? ਇਹ ਐਵੇਂ ਹੈ ਜੀ, ਦੇਖੋ -1 ਤੇ ਚੈੱਕ ਕਰ ਲਓ, 1 upon log mod 1, 1 upon log mod 1 ਤਾਂ ਪੋਜ਼ਿਟਿਵ ਹੋ ਜਾਏਗਾ, log 1 ਤਾਂ ਡਿਫਾਈਨਡ ਹੈ, ਬਟ 1 upon ਕੀ ਹੋ ਗਿਆ 0, ਇਹ ਬਣ ਗਿਆ ਇਨਫਿਨਿਟ। ਉਵੇਂ ਜਿਵੇਂ 1 ਤੇ ਆ ਜਾਏਗਾ ਤਾਂ ਇਹ ਤੇ ਵੀ ਇਹ ਡਿਸਕੰਟੀਨਿਊਸ ਤਾਂ ਇਹਨੂੰ ਵੀ ਆਪਾਂ ਹਾਂ ਚ ਲੈ ਕੇ ਚੱਲਦੇ ਹਾਂ ਜੀ। ਤੇ -1 0 1 ਦੋਨਾਂ ਦਾ ਮਿਸ਼ਰਣ ਵੀ ਕੀ ਬਣਾ ਰਿਹਾ, ਕਿੰਨੇ ਨੂੰ ਬਣਾ ਰਿਹਾ? ਇਹਦਾ ਮਤਲਬ ਆਪਾਂ ਤਾਂ ਸਾਰਾ ਲੈਣਾ ਨਾ, ਆਪਾਂ ਇਹਨੂੰ ਲਵਾਂਗੇ ਤਾਂ ਰੁੱਸ ਜਾਣਗੇ ਕਿ ਅਸੀਂ ਵੀ ਡਿਸਕੰਟੀਨਿਊ ਬਣਾ ਲਈ ਸੀ। ਅਗਰ ਆ ਲਵਾਂਗੇ ਤਾਂ 0 ਰੁੱਸ ਜੂ, ਮੈਂ ਵੀ ਡਿਸਕੰਟੀਨਿਊ ਬਣਾ ਲਈ ਸੀਗੀ। ਤਾਂ ਆਪਾਂ ਨੂੰ ਲੈਣਾ ਪੈਣਾ ਤਿੰਨੇ ਜਿਹੜੇ ਡਿਸਕੰਟੀਨਿਊ ਬਣਾ ਰਹੇ ਨੇ, ਤਾਂ ਆਪਸ਼ਨ ਨੰਬਰ ਸੀ ਰਾਈਟ। ਆਪਾਂ ਕਿਸੇ ਨੂੰ ਇੱਥੇ ਰੁੱਸਣ ਨਹੀਂ ਦੇਣਾ, ਤਾਂ ਆਪਾਂ ਸਾਰੇ ਲੈ ਕੇ ਚੱਲਣੇ ਨੇ ਜਿਹੜੇ ਉਹਨੂੰ ਡਿਸਕੰਟੀਨਿਊ ਬਣਾ ਦਿੱਤੇ। ਹਾਂ ਇਹ ਵੀ ਕਰ ਰਿਹਾ ਸੀ, ਇਹ ਕੱਲਾ ਹਾਂ ਕਰ ਰਿਹਾ ਸੀ, ਕਹਿੰਦਾ ਮੈਂ ਡਿਸਕੰਟੀਨਿਊ ਬਣਾ ਰਿਹਾ, ਰੋਕ ਕੇ ਦਿਖਾਵੇ, ਠੀਕ ਹੈ ਜੀ। ਆ ਆਪਸ਼ਨ ਬੀ ਆਪਸ਼ਨ ਵੀ ਹਾਂ ਕਰ ਰਿਹਾ ਸੀ, ਕਹਿੰਦਾ ਮੈਂ ਵੀ ਡਿਸਕੰਟੀਨਿਊ ਬਣਾ ਰਿਹਾ, ਠੀਕ ਹੈ ਜੀ। ਬਟ ਸੀ ਆਪਸ਼ਨ ਕਹਿੰਦਾ ਮੇਰੇ ਵਿੱਚ ਤਿੰਨੇ ਨੇ ਜਿਹੜੇ ਡਿਸਕੰਟੀਨਿਊ ਬਣਾ ਰਹੇ ਨੇ। ਤਾਂ ਜੇ ਆਪਾਂ ਏ ਆਪਸ਼ਨ ਲੈਂਦੇ ਆ ਤਾਂ ਬੀ ਤੇ ਸੀ ਰੁੱਸਦੇ ਨੇ, ਠੀਕ ਹੈ ਜੀ, ਕਿ ਅਸੀਂ ਵੀ ਡਿਸਕੰਟੀਨਿਊ ਬਣਾ ਰਹੇ ਨੇ। ਕੱਲੀ ਬੀ ਲੈਂਦੇ ਆ ਆਪਸ਼ਨ ਤਾਂ 0 ਰੁੱਸਦੀ ਹੈ ਕਿ ਮੈਂ ਵੀ ਡਿਸਕੰਟੀਨਿਊ ਬਣਾ ਰਹੀ ਹਾਂ। ਤਾਂ ਇਸੇ ਕਰਕੇ ਆਪਾਂ ਨੂੰ ਲੈਣਾ ਪਏਗਾ ਸੀ ਆਪਸ਼ਨ ਰਾਈਟ। ਤਾਂ ਜਿਹੜਾ ਤਿੰਨੇ ਜਿਹੜੇ ਸੈੱਟ ਦੇ ਐਲੀਮੈਂਟ ਨੇ ਉਹ ਕੀ ਬਣਾ ਰਹੇ ਨੇ, ਡਿਸਕੰਟੀਨਿਊ ਬਣਾ ਰਹੇ ਨੇ। ਕਲੀਅਰ ਜੀ। ਚਲੋ क्वेश्चन नंबर 25, test the continuity of the function at the origin ਤੇ discontinuity ਚੈੱਕ ਕਰਨੀ ਹੈ। origin ਦਾ ਮਤਲਬ ਆਪਾਂ ਲਵਾਂਗੇ ਲੈਫਟ ਹੈਂਡ ਲਿਮਿਟ, ਰਾਈਟ ਹੈਂਡ ਲਿਮਿਟ और फंक्शन ਦੀ वैल्यू 0 ऊपर। लेफ्ट हैंड लिमिट x tends to 0 नेगेटिव, x tends to 0 नेगेटिव का मतलब लिमिट x tends to h tends to 0, लेफ्ट हैंड लिमिट का मतलब x की जगह कितना आएगा 0 माइनस h, नीचे 0 माइनस h का मोड, तो कितना आ गया जी ऊपर माइनस h, -h बचेगा ਉਹਦਾ ਮੋਡ +h ਤਾਂ ਇਹ ਆ ਗਿਆ -1। ਲੈਫਟ ਹੈਂਡ ਲਿਮਿਟ ਦੀ ਵੈਲਿਊ -1, ਰਾਈਟ ਹੈਂਡ ਲਿਮਿਟ x ਦੀ ਵੈਲਿਊ 0 ਪੋਜ਼ਿਟਿਵ ਦਾ ਮਤਲਬ ਲਿਮਿਟ h ਟੈਂਡਸ ਟੂ 0। ਹੁਣ ਕੀ ਆ ਜਾਏਗਾ ਫੰਕਸ਼ਨ 0 + h ਡਿਵਾਈਡ ਬਾਈ 0 + h, ਤਾਂ ਇਹ ਆ ਗਿਆ h, ਨੀਚੇ h ਦਾ ਮੋਡ h, ਇਹ ਆ ਗਿਆ ਜੀ 1। ਤਾਂ ਹੁਣ ਦੇਖੋ ਜੀ ਤੇ फंक्शन की वैल्यू 0 ਤੇ कितनी है 1, तो लेफ्ट हैंड लिमिट नॉट इक्वल टू राइट हैंड लिमिट, तो ये डिसकंटिन्यूटी होगी जी। लेफ्ट केड़े टाइप की डिसकंटिन्यूटी है, ये कोई दस सकता है कि डिसकंटिन्यूटी तो आ गई, बट केड़े टाइप की डिसकंटिन्यूटी है कोई ये दस सकता है? तो ये डिसकंटिन्यूटी है जी फर्स्ट काइंड दी, डिसकंटिन्यूटी ऑफ फर्स्ट काइंड। क्यों फर्स्ट काइंड दी क्यों है? क्योंकि एदी लिमिट एग्जिस्ट कर रही है, प्रॉपर एदी लिमिट एग्जिस्ट कर रही है, बट दोनों की ने आपस दे विच इक्वल नहीं हैगियां, तां डिसकंटिन्यूटी तां आ गई, बट केदी फर्स्ट काइंड दी। मान लो एक दी वैल्यू एग्जिस्ट ना करदी हुंदी, फिर ये हो जांदी डिसकंटिन्यूटी ऑफ सेकंड काइंड, ठीक है जी। चलो क्लियर हो गया। क्वेश्चन नंबर 26, विच टाइप ऑफ डिसकंटिन्यूटी, ਇਹਦੇ ਵਿੱਚ ਥੋੜੀ ਜਿਹੀ ਸਟੇਟਮੈਂਟ ਕਰੈਕਟ ਕਰ ਲਓ ਜੀ। ਇੱਥੇ ਆਏਗਾ 1, x ਇਕੁਅਲ ਟੂ 0, ਠੀਕ ਜੀ। ਆ ਫੰਕਸ਼ਨ ਕੀ ਹੁੰਦਾ ਤਾਂ ਬਸ ਉਹੀ ਚੀਜ਼ ਚੈੱਕ ਕਰਨੀ ਹੈ ਆਪਾਂ, ਲੈਫਟ ਹੈਂਡ ਲਿਮਿਟ, ਰਾਈਟ ਹੈਂਡ ਲਿਮਿਟ ਤੇ ਫੰਕਸ਼ਨ ਦੀ ਵੈਲਿਊ ਤੇ ਉੱਪਰ, ਇਹ ਤਿੰਨੋਂ ਚੀਜ਼ਾਂ ਆਪਾਂ ਆਉਣਾ ਤਾਂ ਕੰਟੀਨਿਊਸ ਨਾ ਆਈਆਂ ਤਾਂ ਡਿਸਕੰਟੀਨਿਊ, ਤੇ ਡਿਸਕੰਟੀਨਿਊਟੀ ਵੀ ਆਪਾਂ ਚੈੱਕ ਕਰਾਂਗੇ ਕਿ ਕਿਹੜੇ ਟਾਈਪ ਦੀ ਹੈ, ਠੀਕ ਹੈ ਜੀ। ਚਲੋ सब तो पहला आप फाइंड करते हैं लैफ्ट हैंड लिमिट का मतलब x टेंड्स टू 0 नेगेटिव, क्योंकि आपको x नॉट इक्वल टू 0 है तो आपको पता नहीं कि फंक्शन x लैस दैन 0 है या ग्रेटर दैन 0 है, नहीं पता ना आपको कि फंक्शन x लैस दैन 0 है या x ग्रेटर दैन 0 है। तो ये आप 0 माइनस h वाला फॉर्मूला, तो की आ गया जी लिमिट h टेंड्स टू 0 पॉजिटिव, लैफ्ट हैंड लिमिट है तो साइन 3 x की जगह 0 माइनस h, नीचे
0 माइनस एच। तो साइन 3 ये कितना हो गया जी 3h माइनस दा 3h और नीचे कितना हो गया जी माइनस दा h। तो माइनस दा 3h बाहर साइन ਦੇ ਵਿੱਚੋਂ ਮਾਈਨਸ ਬਾਹਰ ਆ ਜਾਂਦਾ ਹੁੰਦਾ ਸਾइन ਮਾਈਨਸ x साइन माइनस एक्स किहदे कोल होंदा है माइनस साइन एक्स। ठीक है जी तो ये हो जाएगा माइनस साइन 3h नीचे h माइनस नाल माइनस कैंसिल हुण h टाइम्स टू 0 तो इनू आपां 3 नाल मल्टीप्लाई 3 नाल डिवाइड तो ये तो 1 हो गया बन गया 1 तो ये आंसर आ गया 3 into 1 ये आ गया लैफ्ट हैंड। राइट हैंड लिमिट देख लो जी राइट हैंड लिमिट की वैल्यू x टेंड्स टू 0 पॉजिटिव 0 पॉजिटिव मतलब लिमिट h टेंड्स टू 0 साइन 3 0 प्लस h नीचे 0 प्लस h और ऊपर की बन गया साइन 3h नीचे की बन गया h तो लिमिट अपनी चल ही रही है x टेंड्स टू 0 तो इनू 3 नाल मल्टीप्लाई 3 नाल डिवाइड ये तो 1 बन गया जी इधर की आ गया 3 तो बट फंक्शन दी वैल्यू 0 पर कितनी है 1 तो लेफ्ट हैंड लिमिट इक्वल आ गई राइट हैंड लिमिट पे बट नॉट इक्वल टू फंक्शन दी वैल्यू एट दैट पॉइंट तो ये केड़ी आ गई अपने को डिसकंटिन्यूटी ये आ गई रिमूवेबल डिसकंटिन्यूटी हो गया जी क्लीयर किद्दां चेक करांगे तो इन्हां दे ऑप्शन है नहीं सीगे अगर ऑप्शन अपने को आते हैं कि डिसकंटिन्यूटी किहड़े टाइप की है रिमूवल डिसकंटिन्यूटी ऑफ फर्स्ट काइंड डिसकंटिन्यूटी ऑफ सेकंड काइंड या कंटीन्यूअस तो आप दस सकते हैं जी किहड़े प्रकार की डिसकंटिन्यूटी। क्लीयर हो गए सारे क्वेश्चन तो अपनी क्लास होंदी है आवर बस इन्ना ही अपना काम सीगा जी क्लास अपनी डन हो गई अज दी छोटी जी क्लास रखी सी ते कंटीन्यूअस जिहड़ा चैप्टर हैगा अपना टॉपिक वो आपां बिल्कुल फिनिश कर दिता हैगा जे कुछ रह गया होया तो वो आपां जरूर कर लवांगे बट जिहड़ा अपना हैगा कंटीन्यूअस ये बिल्कुल डन हो चुका है सिंपल जे एमसीक्यू आंदे ने ज़्यादा डिफिकल्टी नहीं होंदी तो जिन्नियां दो क्लासां लगाइयां वो प्रॉपर ने तुसीं उन्हां नूं ध्यान नाल करो ते एमसीक्यू वध तो वध प्रैक्टिस करो बस जी तुसीं वध तो वध की प्रैक्टिस करने ने एमसीक्यू प्रैक्टिस करने ने जित्थों भी तुहानूं मिल एमसीक्यू प्रैक्टिस करो ते तुहाडा जिहड़ा कंटीन्यूअस है वो बिल्कुल डन हो चुका है। तो प्लीज़ लाइक जरूर कर दिओ क्लास नूं शेयर भी करियो आपदे फ्रेंड्स नाल ते कमेंट जरूर करियो कि तुहानूं क्लास किद्दां दी लगी टॉपिक किद्दां दा लग्गिया बिल्कुल जिन्हां नूं दिक्कत सीगी कंटीन्यूटी दे विच उन्हां नूं समझ आया जां नहीं आया हाँ उन्हां नूं हुण क्लासिस लगाउण तो बाद किवें दा लग रिहा कंटीन्यूटी दे विच जिन्हां नूं पहिलां बिल्कुल दिक्कत आ रही सी बार बार मैसेज करते कि कंटीन्यूटी कराओ डिफिकल्ट है तो हुण वो जरूर कमेंट करके दस्सण कि उन्हां नूं कंटीन्यूटी किद्दां दी लगी। ठीक है जी चलो आपां फिर मिलदे हां कल नैक्सट क्लास दे नाल। ठीक है जी टेक केयर बाय बाय।